गुड मॉर्निंग स्टूडेंट्स। फंडामेंटल राइट कंसैप्ट चल रहा है, ਉਹਦੇ ਵਿੱਚ ਆਪਾਂ 1 ਬਾਈ 1 ਸਾਰੇ ਰਾਈਟਸ ਨੂੰ ਡਿਸਕਸ ਕਰ ਰਹੇ ਹਾਂ ਰਾਜੇ। ਅੱਜ 4th ਇੰਪੋਰਟੈਂਟ ਰਾਈਟ ਬਾਰੇ ਡਿਸਕਸ ਕਰਾਂਗੇ, ਰਾਈਟ ਟੂ ਫਰੀडम ਆਫ ਰਿਲੀਜਨ। ਧਰਮ ਦੀ ਸੁਤੰਤਰਤਾ ਦਾ ਅਧਿਕਾਰ ਜਾਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਇਹ ਰਾਈਟ ਆਰਟੀਕਲ 25 ਤੋਂ 28 ਦੇ ਵਿੱਚ ਦਿੱਤਾ ਹੋਇਆ ਹੈ। ਜਿਵੇਂ ਕਿ ਆਪਣੇ ਦੇਸ਼ ਦੇ ਵਿੱਚ ਡਾਈਵਰਸਿਟੀਜ਼ ਆ, ਭਿੰਨਤਾਵਾਂ ਹੈ, ਅਲੱਗ-ਅਲੱਗ ਧਰਮਾਂ ਜਾਤਾਂ ਦੇ ਲੋਕ ਹੈ ਜਿਹੜੇ ਇੱਥੇ ਰਹਿੰਦੇ ਆ, ਤਾਂ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਲੋਕ ਇੱਥੇ ਰਹਿੰਦੇ ਆ। ਵਾਸਟ ਕੰਟਰੀ ਹੋਣ ਦੇ ਕਰਕੇ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹਨਾਂ ਧਰਮਾਂ ਕਿਸੇ ਨਾ ਕਿਸੇ ਧਰਮ ਨੂੰ ਮੰਨਣ ਵਾਲੇ ਲੋਕ ਆਪਾਂ ਨੂੰ ਇੰਡੀਆ ਦੇ ਵਿੱਚੋਂ ਮਿਲ ਹੀ ਜਾਣਗੇ। ਹਿੰਦੂ, ਮੁਸਲਿਮ, ਸਿੱਖ, ਈਸਾਈ, ਕ੍ਰਿਸਚਨ ਜੋ ਵੀ ਹੈ ਸਾਰੇ ਉਹ ਇੰਡੀਆ ਦੇ ਵਿੱਚ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਲੋਕ ਨਿਵਾਸ ਕਰਦੇ ਆ। ਕੌਨਸਟੀਟਿਊਸ਼ਨ ਦੇ ਵਿੱਚ ਕੀ ਕਿਹਾ ਗਿਆ ਕਿ ਰਾਈਟ ਟੂ ਫਰੀडम ਆਫ ਰਿਲੀਜਨ, ਧਰਮ ਦੀ ਸੁਤੰਤਰਤਾ ਦਾ ਅਧਿਕਾਰ ਹੈ। ਮਤਲਬ ਕਿ ਕੋਈ ਵੀ ਇਨਸਾਨ ਆਪਦੀ ਮਰਜ਼ੀ ਦੇ ਅਕੋਰਡਿੰਗ ਆਪਦਾ ਧਰਮ ਅਪਣਾ ਸਕਦਾ ਹੈ, ਰਿਚੁਅਲਸ ਨੂੰ ਪੂਰਾ ਕਰ ਸਕਦਾ ਹੈ, ਜੋ ਉਹਨਾਂ ਦੇ ਟਰਡੀਸ਼ਨ ਆ, ਜੋ ਉਹਨਾਂ ਦੇ ਕਸਟਮ ਆ, ਰਿਲੀਜਨ ਦੇ ਨਾਲ ਰਿਲੇਟਡ ਉਹਨਾਂ ਨੂੰ ਕਰ ਸਕਦਾ ਹੈ। ਇੱਕ ਹੋਰ ਇੰਪੋਰਟੈਂਟ ਟਰਮ ਹੈ ਜੋ ਕੌਨਸਟੀਟਿਊਸ਼ਨ ਦੇ ਵਿੱਚ ਦੱਸਿਆ ਗਿਆ ਹੈ, ਪ੍ਰੀਐਂਬਲ ਦੇ ਵਿੱਚ ਵੀ ਇਹ ਵਰਡ ਆਉਂਦਾ ਹੈ ਰਾਜੇ। ਇੰਡੀਆ ਇਜ਼ ਆ ਸੈਕੂਲਰ ਸਟੇਟ। ਸੈਕੂਲਰ ਦਾ ਮਤਲਬ ਹੁੰਦਾ ਹੈ ਧਰਮ ਨਿਰਪੱਖ ਰਾਜ। ਮਤਲਬ ਕਿ ਇੰਡੀਆ ਦਾ ਰਾਜ ਦਾ ਆਪਦਾ ਕੋਈ ਧਰਮ ਨਹੀਂ ਹੈਗਾ, ਸਾਰੇ ਧਰਮ ਬਰਾਬਰ ਆ, ਅਤੇ ਇੰਡੀਆ ਦੇ ਵਿੱਚ ਧਰਮ ਨਿਰਪੱਖਤਾ ਦਾ ਦਰਜਾ ਦਿੱਤਾ ਗਿਆ ਹੈ ਵੀ ਸਾਰੇ ਰਿਲੀਜਨਸ ਆਰ ਇਕੁਅਲ ਬਿਫੋਰ ਲਾਅ। ਕਾਨੂੰਨ ਦੇ ਸਾਹਮਣੇ ਸਾਰੇ ਧਰਮ ਬਰਾਬਰ ਆ। ਕਿਸੇ ਵੀ ਪਰਸਨ ਦੇ ਨਾਲ ਧਰਮ ਦੇ ਰਿਗਾਰਡਿੰਗ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਊਗਾ, ਨਾ ਹੀ ਕਿਸੇ ਧਰਮ ਨੂੰ ਸੁਪੀਰੀਅਰ ਅਤੇ ਇਨਫੀਰੀਅਰ ਸਮਝਿਆ ਜਾਊਗਾ। ਆਲ ਰਿਲੀਜਨਸ ਆਰ ਇਕੁਅਲ। ਸੋ ਇਸ ਰਾਈਟ ਦੇ ਅੰਡਰ ਆਪਾਂ ਨੂੰ ਕਿਹੜੀਆਂ ਫਰੀਡਮਸ ਦਿੱਤੀਆਂ ਗਈਆਂ ਹੈ ਉਹਨਾਂ ਬਾਰੇ ਗੱਲ ਕਰਾਂਗੇ। ਫਸਟਲੀ ਹੈਗਾ ਫਰੀडम ਟੂ ਪ੍ਰੋਫੈਸ ਔਰ ਪ੍ਰੈਕਟਿਸ ਐਨੀ ਰਿਲੀਜਨ। ਮਤਲਬ ਕਿ ਕਿਸੇ ਵੀ ਧਰਮ ਨੂੰ ਪ੍ਰੋਫੈਸ ਕਰਨ ਦੀ ਆਜ਼ਾਦੀ ਹੈ, ਦਾਅਵਾ ਕਰਨ ਦੀ ਆਜ਼ਾਦੀ ਹੈ। ਕੋਈ ਵੀ ਬੰਦਾ ਇਹ ਕਹਿ ਸਕਦਾ ਕਿ ਮੈਂ ਹਿੰਦੂ ਧਰਮ ਨੂੰ ਮੰਨਣਾ, ਮੈਂ ਇਸਲਾਮ ਧਰਮ ਨੂੰ ਮੰਨਣਾ, ਉਹ ਆਪਦੇ ਧਰਮ ਦੇ ਬਾਰੇ ਦੱਸ ਸਕਦਾ ਹੈ। ਪ੍ਰੈਕਟਿਸ ਐਨੀ ਰਿਲੀਜਨ, ਕਿਤੇ ਥਾਂ 'ਤੇ ਜਾ ਕੇ ਆਪਦੇ ਧਰਮ ਦੀ ਪੂਜਾ ਪਾਠ ਬਿਨਾਂ ਕਿਸੇ ਬੰਧਨ ਤੋਂ, ਬਿਨਾਂ ਕਿਸੇ ਹਰਡਲ ਦੇ ਕਰ ਸਕਦੇ ਹਾਂ, ਪੂਰੀ ਆਜ਼ਾਦੀ ਹੈ। ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰਸ। ਰਿਲੀਜੀਅਸ ਅਫੇਅਰਸ ਮਤਲਬ ਧਾਰਮਿਕ ਸੈਰੀਮਨੀਜ਼, ਜੋ ਵੀ ਹੋ ਸਕਦਾ ਕਿਸੇ ਨੇ ਹਵਨ ਕਰਨਾ ਹੈ, ਕਿਸੇ ਨੇ ਪਾਠ ਕਰਨਾ ਹੈ, ਕਿਸੇ ਨੇ ਪੂਜਾ ਕਰਨੀ ਹੈ, ਤਾਂ ਉਹ ਫਰੀडम ਹੈ, ਆਜ਼ਾਦੀ ਹੈ ਕਿ ਰਿਲੀਜੀਅਸ ਅਫੇਅਰਸ ਨੂੰ ਆਪਦੇ ਜੋ ਧਾਰਮਿਕ ਰੀਤੀ ਰਿਵਾਜ ਆ ਉਹਨਾਂ ਨੂੰ ਮੈਨੇਜ ਕਰ ਸਕਦੇ ਹਾਂ, ਉਹਨਾਂ ਨੂੰ ਪੂਰਾ ਕਰ ਸਕਦੇ ਹਾਂ। ਫਰੀडम ਫਰੋਮ ਪੇਮੈਂਟ ਆਫ ਟੈਕਸ ਫॉर द ਪ੍ਰਮੋਸ਼ਨ ਆਫ ਐਨੀ ਪਰਟੀਕੂਲਰ ਰਿਲੀਜਨ। ਹਾਂਜੀ, ਇਹ ਸਮਝਣ ਵਾਲੀ ਗੱਲ ਹੈ ਬੇਟੇ ਕਿ ਇਹ ਆਜ਼ਾਦੀ ਹੈ ਆਪਾਂ ਨੂੰ ਕਿ ਕੋਈ ਵੀ ਸਟੇਟ ਕਿਸੇ ਪਰਟੀਕੂਲਰ ਰਿਲੀਜਨ ਦੀ ਪ੍ਰਮੋਸ਼ਨ ਦੇ ਵਿੱਚ ਟੈਕਸ ਨਹੀਂ ਦੇ ਸਕਦੀ। ਟੈਕਸ ਦੇਣ ਦੇ ਵਾਸਤੇ ਉਹ ਮਜਬੂਰ ਨਹੀਂ ਹੋ ਸਕਦੀ। ਜੇਕਰ ਕੋਈ ਆਦਮੀ ਮੰਨ ਲਓ ਕਿ ਹਿੰਦੂ ਪੀਪਲ ਆਪਦੇ ਕਿਸੇ ਵੀ ਜਿਹੜਾ ਹੈਗਾ ਪ੍ਰਮੋਸ਼ਨ ਕਰਨਾ ਚਾਹੁੰਦੇ ਜਾਂ ਕਿਸੇ ਟੈਂਪਲ ਦੇ ਵਿੱਚ ਕੁਛ ਕਰਨਾ ਚਾਹੁੰਦੇ ਆ, ਤਾਂ ਉਹ ਆਪਸੀ ਕੁਲੈਕਸ਼ਨ ਕਰ ਸਕਦੇ ਆ। ਇਟ ਡਜ਼ਨਟ ਮੈਟਰ, ਉਹ ਆਪਦੀ ਕੁਲੈਕਸ਼ਨ ਕਰਕੇ ਆਪਦੇ ਧਰਮ ਨੂੰ ਜਿਹੜਾ ਹੈਗਾ ਕੁਛ ਵੀ ਬਣਾਉਣਾ ਹੈ ਉਹ ਕਰ ਸਕਦੇ ਆ। ਬਟ ਸਟੇਟ ਇਹਦੇ ਵਿੱਚ ਕੋਈ ਟੈਕਸ ਨਹੀਂ ਦੇਊਗੀ। ਟੈਕਸ ਦੇਣ ਦੇ ਵਾਸਤੇ ਸਟੇਟ ਨੂੰ ਜਿਹੜਾ ਬੰਧਨਕਾਰੀ ਨਹੀਂ ਹੈਗੀ, ਉਹ ਫੋਰਸਫੁਲੀ ਉਹ ਕੋਈ ਸਟੇਟ ਨਹੀਂ ਜੋ ਟੈਕਸ ਹੈ ਉਹ ਨਹੀਂ ਦੇਊਗੀ ਕਿਸੇ ਪਰਟੀਕੂਲਰ ਰਿਲੀਜਨ ਨੂੰ। ਮਤਲਬ ਜੇ ਉਸਨੇ ਕੋਈ ਚੀਜ਼ ਦਿੱਤੀ ਵੀ ਹੈ ਜਾਂ ਕੋਈ ਵੀ ਗੱਲ ਬਣੂਗੀ ਜਾਂ ਕੁਛ ਵੀ ਆਪਾਂ ਕਹਿ ਸਕਦੇ ਹਾਂ ਵੀ ਜੋ ਵੀ ਹੋਊਗਾ ਸਾਰੇ ਰਿਲੀਜਨ ਦੇ ਵਾਸਤੇ ਹੋਊਗਾ, ਕਿਸੇ ਪਰਟੀਕੂਲਰ ਰਿਲੀਜਨ ਦੇ ਵਾਸਤੇ ਕੁਛ ਨਹੀਂ ਹੋਊਗਾ। Freedom to attend at religious instructions or worship in certain educational institutions। ਹਾਂਜੀ, ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜੇਕਰ ਰਿਲੀਜੀਅਸ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਹੈ, ਧਾਰਮਿਕ ਹਦਾਇਤਾਂ ਦਿੱਤੀਆਂ ਜਾਂਦੀਆਂ ਹੈ ਜਾਂ ਵਰਸ਼ਿਪ ਕੀਤੀ ਜਾਂਦੀ ਹੈ ਤਾਂ ਉਹ ਕੀਤੀ ਜਾ ਸਕਦੀ ਹੈ। ਮਤਲਬ ਕਿ ਇਹ ਐਜੂਕੇਸ਼ਨਲ ਇੰਸਟੀਚਿਊਟ ਕਿਹੜੇ ਹੋਣਗੇ, ਜਿੱਦਾਂ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਚਿਊਸ਼ਨ। ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਵੀ ਕਈ ਸਕੂਲ ਖੁੱਲ੍ਹੇ ਹੁੰਦੇ ਆ,
ਕ੍ਰਿਸਚਨ ਰਿਲੀਜਨ ਦੇ ਨਾਮ ਤੇ, ਤਾਂ ਉੱਥੇ ਕ੍ਰਿਸਚਨ ਜੋ ਹੁੰਦਾ ਰਿਲੀਜਨ ਹੈ ਉਸ ਦੀਆਂ ਇੰਸਟਰਕਸ਼ਨ ਫੋਲੋ ਕੀਤੀਆਂ ਜਾਂਦੀਆਂ ਹੈ, ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਮਤਲਬ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਚਿਊਟ ਆ ਜਿਹੜੇ, ਉੱਥੇ ਰਿਲੀਜੀਅਸ ਇੰਸਟਰਕਸ਼ਨਸ ਜਾਂ ਵਰਸ਼ਿਪ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਫਰੀडम ਹੈ। No religious instructions can be imparted in the state educational institution। ਉੱਪਰ ਮੈਂ ਕਿਹਾ ਸੀ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਟਿਊਸ਼ਨਸ, ਸੋ ਜਿਹੜੇ ਸਟੇਟ ਐਜੂਕੇਸ਼ਨਲ ਇੰਸਟੀਟਿਊਸ਼ਨ ਆ, ਸਟੇਟ ਦੁਆਰਾ ਚਲਾਏ ਜਾਂਦੇ ਆ ਵਿਦਿਅਕ ਅਦਾਰੇ, ਉਹਨਾਂ ਦੇ ਵਿੱਚ ਕੋਈ ਪਰਟੀਕੂਲਰ ਰਿਲੀਜੀਅਸ ਇੰਸਟਰਕਸ਼ਨ ਨਹੀਂ ਦਿੱਤੀ ਜਾ ਸਕਦੀ। ਜੇ ਜਾਂ ਕਿਸੇ ਵੀ ਬੱਚੇ ਨੂੰ ਪਰਟੀਕੂਲਰ ਰਿਲੀਜੀਅਸ ਦੇ ਇੰਸਟਰਕਸ਼ਨ ਦੇ ਵਿੱਚ ਪਾਰਟੀਸਪੇਟ ਕਰਨ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ। ਲੋਕ ਆਪਦੀ ਮਰਜ਼ੀ ਦੇ ਨਾਲ ਧਰਮ ਨੂੰ ਅਪਣਾ ਸਕਦੇ ਆ। ਕਿਸੇ ਨੇ ਪੂਜਾ ਪਾਠ ਕਰਨ ਕਿਤੇ ਵੀ ਜਾਣਾ ਹੈ, ਉਹ ਆ ਜਾ ਸਕਦੇ ਆ। ਕਿਸੇ ਤੋਂ ਵੀ ਕੋਈ ਟੈਕਸ ਨਹੀਂ ਵਸੂਲਿਆ ਜਾਊਗਾ। ਕਿਸੇ ਤੋਂ ਕਿਸੇ ਨੂੰ ਫੋਰਸਫੁਲੀ ਕੋਈ ਖਾਸ ਧਰਮ ਅਪਣਾਉਣ ਵਾਸਤੇ ਨਹੀਂ ਕਿਹਾ ਜਾਊਗਾ। ਇਹ ਹੁੰਦਾ ਹੈ ਰਾਈਟ ਟੂ ਫਰੀडम ਆਫ ਰਿਲੀਜਨ। ਇਹਦੀ ਸਿੰਪਲ ਐਗਜ਼ਾਮਪਲ ਆਪਾਂ ਦੇ ਸਕਦੇ ਹਾਂ, ਜਿਸ ਤਰ੍ਹਾਂ ਹੈ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਸਾਰੇ ਜਾਣੇ, ਕੋਈ ਬੱਚਾ ਨਹੀਂ ਹੋਊਗਾ ਜਿਹੜਾ ਹਰਿਮੰਦਰ ਸਾਹਿਬ ਨਹੀਂ ਗਿਆ ਹੋਊਗਾ। ਤੇ ਕੀ ਆ, ਸਿੱਖ ਪਿਲਗ੍ਰਿਮੇਜ ਪ੍ਰੈਕਟਿਸਿੰਗ ਦੇਅਰ ਰਾਈਟ ਟੂ ਫਰੀडम ਆਫ ਰਿਲੀਜਨ। ਇੱਥੇ ਸਾਰੀਆਂ ਜਾਤਾਂ ਦੇ ਲੋਕ ਆਉਂਦੇ ਆ, ਤਾਂ ਉਹਨਾਂ ਨੂੰ ਫਰੀडम ਹੈ ਰਿਲੀਜਨ ਦੀ, ਕਿ ਉਹ ਬੇਸ਼ੱਕ ਈਸਾਈ ਆ ਜਾਂ ਹਿੰਦੂ ਆ ਜਾਂ ਬੋਧੀ ਆ, ਜੈਨੀ ਆ, ਕੋਈ ਵੀ ਆ, ਤਾਂ ਉਹ ਇਸ ਥਾਂ 'ਤੇ ਆ ਕੇ ਜੋ ਆਪਦੀ ਵਰਸ਼ਿਪ ਵਗੈਰਾ ਕਰ ਸਕਦੇ ਆ। ਵੀ ਇਹ ਵੀ ਆਪਾਂ ਹਿਸਟਰੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਕਿ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਚਾਰਾਂ ਜਾਤਾਂ ਦੇ ਵਾਸਤੇ ਖੁੱਲ੍ਹੇ ਸੀ। ਉਹਦਾ ਵੀ ਕੀ ਮਤਲਬ ਹੈ, ਫਰੀडम ਆਫ ਰਿਲੀਜਨ, ਕਿ ਇਹ ਸਾਰੀਆਂ ਜਾਤਾਂ ਧਰਮਾਂ ਦੇ ਲੋਕਾਂ ਦੇ ਵਾਸਤੇ ਖੁੱਲ੍ਹਾ ਹੈ। ਤਾਂ ਇਹ ਮੇਨ ਐਗਜ਼ਾਮਪਲ ਕਹੀ ਜਾ ਸਕਦੀ ਹੈ ਹਰਿਮੰਦਰ ਸਾਹਿਬ ਕਿ ਇੰਡੀਆ ਦੇ ਵਿੱਚ ਕੀ ਹੈ, ਫਰੀडम ਆਫ ਰਿਲੀਜਨ ਦਿੱਤੀ ਗਈ ਆ ਬਾਈ ਦਾ ਕੌਨਸਟੀਟਿਊਸ਼ਨ। ਥੈਂਕ ਯੂ।